ਸਤਿਨਾਮ। ਵਾਹਿਗੁਰੂ ਸਾਹਿਬ ਜੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ। ਪੁਰਖ ਭਗਵਾਨ ਦਾਸਨ, ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਹੇ ਤਿਹਾ ਹੂੰ ਕਰੀ ਵਖਿਆਨ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਇਕਤ ਪੱਤਰ ਪਰ ਉਰਕਟ ਕੁਰਕਟ। ਇਕਤ ਪੱਤਰ ਪਰ ਪਾਨੀ। ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ। ਨਗਟੀ ਕੋ ਠਨ ਗਨ ਵਾਡਾ ਡੂੰ, ਕਿਨੈ ਵਿਵੇਕੀ ਕਾਟੀ ਤੂੰ ਰਹਾਉ। ਸਗਲ ਮਾਹੇ ਨਗਟੀ ਕਾ ਵਾਸਾ, ਸਗਲ ਮਾਰ ਅਹੋ ਹੇਰੀ। ਸਗਲਿਆਂ ਕੀ ਹੋਂ ਬਹਿਨ ਭਾਨ ਜੀ, ਜਿਨੈ ਵਰੀ ਤਿਸ ਚੇਰੀ। ਹਮਰੋ ਭਰਤਾ ਬਡੋ ਵਿਵੇਕੀ, ਆਪੇ ਸੰਤ ਕਹਾਵੇ। ਉਹ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨ ਆਵੇ। ਨਾਕੋ ਕਾਟੀ ਕਾਨੂ ਕਾਟੀ, ਕਾਟ ਕੂਟ ਕੈ ਡਾਰੀ। ਕਹੋ ਕਬੀਰ ਸੰਤਨ ਕੀ ਵੈਰਨ, ਤੀਨ ਲੋਕ ਕੀ ਪਿਆਰੀ। ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੈ ਡਾਰੀ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ। ਭਗਤਾਂ ਦੀ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਅਧੀਨ ਅੱਜ ਦਾ ਇਹ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਚੌਥਾ ਸ਼ਬਦ ਹੈ। ਪਾਵਨ ਅੰਕ 476 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਮਾਇਆ ਦੇ ਬਾਰੇ ਗੱਲ ਕਰ ਰਹੇ ਹਨ ਕਿ ਇਹ ਜਿਹੜੀ ਮਾਇਆ ਹੈ, ਮਨੁੱਖ ਦੇ ਉੱਤੇ ਕਿਸ ਤਰ੍ਹਾਂ ਦਾ ਆਪਣਾ ਪ੍ਰਭਾਵ ਪਾਉਂਦੀ ਹੈ, ਅਤੇ ਜਗਤ ਦੇ ਜੀਵ
ਇਸ ਮਾਇਆ ਦੇ ਪ੍ਰਭਾਵ ਦੇ ਵਿੱਚ ਕਿਵੇਂ ਜਿਉਂਦੇ ਹਨ ਅਤੇ ਕਿਹੜੇ ਮਨੁੱਖ ਨੇ ਜਿਹੜੇ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ। ਇਸ ਤਰ੍ਹਾਂ ਦੀ ਇਹ ਵਿਚਾਰ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਮਝਾਈ ਹੈ। ਆਓ ਮਨੋਬਿਰਤੀਆਂ ਇਕਾਗਰ ਕਰੋ, ਸਾਹਿਬਾਂ ਨੂੰ ਝੁਕਾਓ ਸੀਸ, ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਨੇ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਇਸ ਪਸਾਰੇ ਨਾਲ ਆਪਣੇ ਮਨ ਨੂੰ ਜੋੜ ਲਿਆ। ਜਿਵੇਂ ਜਿਵੇਂ ਪਸਾਰੇ ਵਿੱਚ ਅਸੀਂ ਖਚਿਤ ਹੁੰਦੇ ਚਲੇ ਗਏ, ਸਾਡੇ ਮਨ ਨੇ ਇਸ ਪਸਾਰੇ ਦਾ ਪ੍ਰਭਾਵ ਜਿਹੜਾ ਸੀ ਉਹ ਕਬੂਲ ਕਰ ਲਿਆ ਔਰ ਸੰਸਾਰ ਦੇ ਵਿੱਚ ਇਹ ਜੋ ਰੱਬ ਨੇ ਆਪਣਾ ਪਸਾਰਾ ਪਸਾਰਿਆ ਹੈ, ਇਸ ਨੂੰ ਗੁਰਬਾਣੀ ਆਖਦੀ ਹੈ ਮਹਾ ਮਾਇਆ ਤਾਕੀ ਹੈ ਛਾਇਆ। ਇਹ ਸੰਸਾਰ ਮਾਇਆ ਹੈ ਅਤੇ ਇਹ ਮਾਇਆ ਉਸ ਪਰਮੇਸ਼ਰ ਦਾ ਪਰਛਾਵਾਂ ਹੈ। ਜਿਵੇਂ ਰੁੱਖ ਹੁੰਦਾ ਹੈ ਅਤੇ ਰੁੱਖ ਦਾ ਪਰਛਾਵਾਂ ਹੁੰਦਾ ਹੈ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦਾ ਇਹ ਸੰਸਾਰ ਪਰਛਾਵਾਂ ਹੈ। ਅਸੀਂ ਕੀ ਕੀਤਾ ਕਿ ਰੁੱਖ ਨਾਲ ਨਾ ਜੁੜ ਕੇ ਪਰਛਾਵੇਂ ਨਾਲ ਜੁੜ ਗਏ ਔਰ ਪਰਛਾਵੇਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਕਦੀ ਵੀ ਵੇਖਣਾ, ਜਦੋਂ ਅਸੀਂ ਪਰਛਾਵੇਂ ਨੂੰ ਪਿਆਰ ਕਰਦੇ ਹਾਂ ਅਤੇ ਪਰਛਾਵਾਂ ਜਿਹੜਾ ਹਰ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ। ਸਵੇਰ ਹੁੰਦੀ ਹੈ ਪਰਛਾਵਾਂ ਕਿਸੇ ਹੋਰ ਪਾਸੇ ਹੁੰਦਾ ਹੈ, ਸ਼ਾਮ ਹੁੰਦੀ ਹੈ ਪਰਛਾਵਾਂ ਕਿਸੇ ਹੋਰ ਪਾਸੇ ਚਲਾ ਜਾਂਦਾ। ਪਰਛਾਵਾਂ ਇੱਕੋ ਜਿਹਾ ਨਹੀਂ ਰਹਿੰਦਾ। ਇਸ ਤਰ੍ਹਾਂ ਹੀ ਇਹ ਜਿਹੜਾ ਮਾਇਆ ਦਾ ਪ੍ਰਭਾਵ ਹੈ ਜਾਂ ਮਾਇਆ ਹੈ, ਇਹ ਵੀ ਹਰ ਵੇਲੇ ਇੱਕੋ ਜਿਹੀ ਨਹੀਂ ਰਹਿੰਦੀ। ਇਹ ਵੀ ਬਦਲਦੀ ਰਹਿੰਦੀ ਹੈ, ਆਪਣੇ ਰੂਪ ਦਿਖਾਉਂਦੀ ਰਹਿੰਦੀ ਹੈ ਔਰ ਇਹ ਹਰ ਇੱਕ ਚੀਜ਼ ਮਾਇਆ ਹੈ। ਕਿਉਂਕਿ ਜਦੋਂ ਮਾਇਆ ਦੀ ਗੱਲ ਚੱਲਦੀ ਹੈ ਅਤੇ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਮਨੁੱਖ ਦਾ ਧਿਆਨ ਨੋਟਾਂ ਵੱਲ ਜਾਂਦਾ ਹੈ, ਪੈਸਿਆਂ ਵੱਲ ਜਾਂਦਾ ਹੈ। ਪਰ ਨੋਟਾਂ ਤੋਂ ਬਿਨਾਂ, ਪੈਸਿਆਂ ਤੋਂ ਬਿਨਾਂ ਹੋਰ ਜੋ ਵੀ ਕੁਝ ਸਾਡੇ ਕੋਲ ਹੈ ਉਹ ਵੀ ਮਾਇਆ ਹੈ। ਇਸ ਨੂੰ ਗੁਰਬਾਣੀ ਨੇ ਇੱਦਾਂ ਕਿਹਾ ਕਿ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਸਤਿਗੁਰੂ ਆਖਦੇ ਨੇ ਇਹ ਸਭ ਕੁਝ ਮਾਇਆ ਹੈ ਜਿਸ ਦੇ ਨਾਲ ਸਾਡਾ ਪਿਆਰ ਪੈਂਦਾ ਹੈ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਭੁੱਲ ਜਾਂਦਾ ਹੈ। ਇਹ ਸਭ ਕੁਝ ਮਾਇਆ ਹੈ। ਇਹਦਾ ਅਰਥ ਹੈ ਰੂਹੇ ਜ਼ਮੀਨ ਦੇ ਅੰਦਰ ਜੋ ਵੀ ਕੁਛ ਹੈ, ਜੇ ਉਸ ਨਾਲ ਸਾਡਾ ਪਿਆਰ ਪੈ ਗਿਆ ਔਰ ਅਕਾਲ ਪੁਰਖ ਵਾਹਿਗੁਰੂ ਵਿਸਰ ਗਿਆ, ਸਮਝ ਲਓ ਅਸੀਂ ਮਾਇਆ ਨਾਲ ਹੀ ਜੁੜੇ ਹਾਂ। ਕਿਉਂਕਿ ਮਾਇਆ ਦਾ ਕੰਮ ਹੀ ਸਾਨੂੰ ਆਪਣੇ ਜੀਵਨ ਤੋਂ ਥਿੜਕਾਉਣਾ ਹੈ। ਕਿਉਂਕਿ ਮਾਇਆ ਆਪਣਾ ਸਾਜ਼, ਆਪਣਾ ਬਾਜਾ ਇਹ ਵਜਾਉਂਦੀ ਰਹਿੰਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਣ ਲੱਗੇ, ਕਹਿੰਦੇ ਨਕਟੀ ਕੋ ਠਨਗਨ ਵਾਡਾ ਡੂੰ, ਕਿੰਨੇ ਵਿਵੇਕੀ ਕਾਟੀ ਤੂੰ ਰਹਾਓ। ਅੱਜ ਦੇ ਸ਼ਬਦ ਦਾ ਕੇਂਦਰੀ ਭਾਵ ਹੈ। ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਕਹਿੰਦੇ ਸੰਸਾਰ ਦੇ ਵਿੱਚ ਜਿੱਧਰ ਵੀ ਤੱਕੋ, ਕਿਸੇ ਪਾਸੇ ਵੀ ਵੇਖ ਲਓ, ਕਿਸੇ ਵੀ ਮਨੁੱਖ ਨੂੰ ਵੇਖ ਲਓ, ਹਰ ਇੱਕ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ। ਆਖਦੇ ਨੇ, ਕਹਿੰਦੇ ਜਿੱਧਰ ਵੀ ਤੱਕੀਏ ਸਭ ਜੀਵਾਂ ਦੇ ਮਨਾਂ ਵਿੱਚ ਇਹ ਜਿਹੜੀ ਨਕਟੀ ਕਹਿੰਦੇ ਨੇ ਨਿਰਲੱਜ ਨੂੰ, ਨਕ ਕਟੀ ਪਾਓ ਕਿ ਨਿਰਲੱਜ ਮਾਇਆ, ਬੇਸ਼ਰਮ ਮਾਇਆ। ਇਸ ਨੂੰ ਇਸ ਕਰਕੇ ਨਕਟੀ ਕਹਿ ਰਹੇ ਨੇ ਕਬੀਰ ਸਾਹਿਬ, ਨਿਰਲੱਜ ਆਖ ਰਹੇ ਨੇ ਕਿਉਂਕਿ ਇਹ ਕਿਸੇ ਦੀ ਸ਼ਰਮ ਨਹੀਂ ਕਰਦੀ।
ਇੱਕ ਘਟਨਾ ਭਗਤ ਕਬੀਰ ਸਾਹਿਬ ਜੀ ਨੇ ਦਰਸਾਈ ਕਿ ਮਾਇਆ ਐਡੀ ਬੇਸ਼ਰਮ ਹੈ। ਕਹਿੰਦੇ 4 ਮਿੱਤਰ ਇਕੱਠੇ ਹੁੰਦੇ ਸਨ ਔਰ ਚਾਰੇ ਇਕੱਠੇ ਹੀ ਰਹਿੰਦੇ ਸਨ। ਬੜੀ ਦੋਸਤੀ ਸੀ ਉਹਨਾਂ ਵਿੱਚ, ਇੱਕ ਦੂਜੇ ਦੇ ਉੱਤੇ ਜਾਨ ਵਾਰਨ ਵਾਸਤੇ ਤਿਆਰ ਰਹਿੰਦੇ ਸਨ। ਕਹਿੰਦੇ ਇੱਕ ਦਿਨ ਉਹ ਇਕੱਠੇ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਜੰਗਲ ਪਾਰ ਕਰਨਾ ਸੀ ਅਤੇ ਰਸਤੇ ਵਿੱਚ ਮਾਇਆ ਪ੍ਰਾਪਤ ਹੋ ਗਈ। ਪੈਸੇ ਦਾ ਢੇਰ ਲੱਗਿਆ ਹੋਇਆ ਸੀ, ਬੜਾ ਸੋਨਾ ਸੀ ਅਤੇ 4 ਹਿੱਸੇ ਕਰ ਲਏ ਅਤੇ ਨਾਲ ਆਖਣ ਲੱਗੇ ਮਾਇਆ ਜ਼ਿਆਦਾ ਹੈ, ਜੇ ਆਪਾਂ ਲੈ ਕੇ ਸੈਰ ਵਿੱਚ ਜਾਵਾਂਗੇ ਅਤੇ ਉੱਥੇ ਫੜੇ ਜਾਵਾਂਗੇ। ਚੰਗਾ ਹੋਵੇ ਵੀ 2 ਜਣੇ ਇੱਥੇ ਪਹਿਰੇ 'ਤੇ ਰਹਿ ਜਾਣ ਅਤੇ 2 ਜਣੇ ਸੈਰ ਵਿੱਚ ਚਲੇ ਜਾਣ, ਕਿਉਂਕਿ ਸਾਨੂੰ ਭੁੱਖ ਵੀ ਲੱਗੀ ਹੋਈ ਹੈ, ਸਾਨੂੰ ਭੁੱਖ ਲੱਗੀ ਹੋਈ ਹੈ। 2 ਮਿੱਤਰ ਪਹਿਰੇ 'ਤੇ ਖੜ ਜਾਂਦੇ ਨੇ, 2 ਮਿੱਤਰ ਜਿਨ੍ਹਾਂ ਵਿੱਚ ਬੜੀ ਦੋਸਤੀ ਹੈ, ਬੜਾ ਪਿਆਰ ਹੈ। ਦੋਸਤੀ ਦਾ ਅਰਥ ਹੀ ਇਹ ਹੁੰਦਾ ਜਿੱਥੇ 2 ਬੰਦੇ ਸਤੀ ਹੋ ਜਾਣ, ਇੱਕ ਦੂਜੇ 'ਤੇ ਜਾਨ ਦੇਣ ਵਾਸਤੇ ਤਿਆਰ ਰਹਿਣ, ਉਹਨੂੰ ਦੋਸਤੀ ਕਹਿੰਦੇ ਨੇ। ਹੁਣ ਇਹ ਚਾਰੋਂ ਪੱਕੇ ਦੋਸਤ ਸਨ ਅਤੇ ਉਹ ਸੈਰ ਵਿੱਚ ਚਲੇ ਗਏ। ਪਤਾ ਨਹੀਂ ਮਾਇਆ ਨੇ ਐਸਾ ਪ੍ਰਭਾਵ ਪਾਇਆ, ਮਾਇਆ ਨੇ ਐਸੀ ਮਤ ਮਾਰੀ ਕਿ ਉਹਨਾਂ ਦੇ ਮਨ ਵਿੱਚ ਆਇਆ ਕਿ ਕਾਸ਼ ਆਪਾਂ ਦੋਵੇਂ ਹੁੰਦੇ ਤਾਂ ਆਪਾਂ ਨੂੰ ਅੱਧੀ ਅੱਧੀ ਮਿਲ ਜਾਣੀ ਸੀ ਦੋਵਾਂ ਨੂੰ। ਉਹਨਾਂ ਨੇ ਕਿਹਾ ਠੀਕ ਹੈ, ਆਪਾਂ ਉਹਨਾਂ ਦਾ ਪ੍ਰਸਾਦਾ ਲੈ ਕੇ ਚੱਲਾਂਗੇ ਅਤੇ ਉਸ ਵਿੱਚ ਜ਼ਹਿਰ ਪਵਾ ਦਿੰਦੇ। ਪ੍ਰਸਾਦਾ ਤਿਆਰ ਕੀਤਾ ਅਤੇ ਜ਼ਹਿਰ ਪਾ ਦਿੱਤੀ। ਹੁਣ ਜਿਹੜੇ ਪਹਿਰੇ 'ਤੇ ਖਲੋਤੇ ਸਨ ਉਹਨਾਂ ਦੇ ਮਨ ਵਿੱਚ ਵੀ ਮਾਇਆ ਨੇ ਐਸਾ ਪ੍ਰਭਾਵ ਪਾ ਦਿੱਤਾ, ਐਸਾ ਖਿਆਲ ਆਇਆ ਕਿਤੇ ਕਾਸ਼ ਆਪਾਂ ਦੋਵੇਂ ਹੀ ਮਿੱਤਰ ਹੁੰਦੇ ਅਤੇ ਮਾਇਆ ਅੱਧੀ ਅੱਧੀ ਹੋ ਜਾਣੀ ਸੀ। ਉਹਨਾਂ ਨੇ ਕਿਹਾ ਠੀਕ ਹੈ। ਉਹ ਪ੍ਰਸਾਦਾ ਲੈਣ ਵਾਸਤੇ ਗਏ ਨੇ, ਜਦੋਂ ਆਉਣਗੇ ਉਹਨਾਂ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਹੋਣਾ ਵੀ ਅਸੀਂ ਇਹ ਕੁਝ ਕਰ ਸਕਦੇ, ਅਸੀਂ ਕਤਲ ਕਰ ਦੇਵਾਂਗੇ। ਉਹ 2 ਪ੍ਰਸਾਦਾ ਲੈਣ ਵਾਸਤੇ ਗਏ, ਜਿਹੜੇ 2 ਪਹਿਰੇ 'ਤੇ ਖਲੋਤੇ ਸਨ ਉਹ ਆਉਂਦੇ ਸਾਰ ਉਹਨਾਂ ਦੋਵਾਂ ਨੂੰ ਕਤਲ ਕਰ ਦਿੱਤਾ, ਦੋਨਾਂ ਨੂੰ ਮਾਰ ਦਿੱਤਾ। ਹੁਣ ਦੋਨੋਂ ਰਹਿ ਗਏ, ਉਹਨਾਂ ਨੂੰ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ। ਆਪਸ ਵਿੱਚ ਗੱਲਾਂ ਕਰਦੇ ਨੇ ਵੀ ਬਾਅਦ ਦੇ ਵਿੱਚ ਵੰਡਾਂਗੇ, ਪਹਿਲਾਂ ਆਪਾਂ ਪ੍ਰਸਾਦਾ ਛਕ ਲੈਂਦੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਉਹ 2 ਬੰਦੇ ਪ੍ਰਸਾਦਾ ਛਕਣ ਬਹਿ ਗਏ, ਉਹਦੇ ਵਿੱਚ ਜ਼ਹਿਰ ਸੀ, ਉਹ ਵੀ ਮਰ ਗਏ। 2 ਨੂੰ ਕਤਲ ਕਰ ਦਿੱਤਾ ਅਤੇ 2 ਨੂੰ ਉਸ ਪ੍ਰਸਾਦਾ ਛਕਣ ਦੇ ਨਾਲ ਜ਼ਹਿਰ ਚੜ੍ਹਿਆ, ਪੋਇਜ਼ਨ ਚੜ੍ਹਿਆ ਅਤੇ ਉਹ ਦੋਵੇਂ ਵੀ ਮਰ ਗਏ। ਉਹ ਮਾਇਆ ਅਜੇ ਵੀ ਉਡੀਕ ਕਰਦੀ ਵੀ ਕੋਈ ਮੇਰਾ ਖਸਮ ਬਣੇ, ਮੇਰਾ ਮਾਲਕ ਬਣੇ, ਕਿਉਂਕਿ ਇਸ ਮਾਇਆ ਇੱਦਾਂ ਦੀ ਨਿਰਲੱਜ ਹੈ, ਬੇਸ਼ਰਮ ਹੈ ਕਿ ਇਤਨੀ ਚੰਗੀ ਦੋਸਤੀ 4 ਮਿੱਤਰਾਂ ਦੀ, ਇਸ ਮਾਇਆ ਨੇ 4 ਨੂੰ ਆਪਣੇ ਪਿੱਛੇ ਲਗਾ ਕੇ ਮਰਾ ਦਿੱਤਾ, ਜੋ ਕਿ ਪੱਕੇ ਦੋਸਤ ਸਨ। ਮਾਇਆ ਦਾ ਐਡਾ ਪ੍ਰਭਾਵ ਹੈ, ਕਿਉਂਕਿ ਇਹ ਜਿਹੜੀ ਮਾਇਆ ਹੈ ਨਾ, ਸਾਧੂ ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ। ਭਗਤ ਕਬੀਰ ਸਾਹਿਬ ਕਹਿੰਦੇ ਇੱਕ ਇਸ ਦਾ ਮਾਲਕ ਮਰ ਜਾਏ, ਖਸਮ ਮਰ ਜਾਏ ਅਤੇ ਇਹ ਮਾਇਆ ਰੋਂਦੀ ਨਹੀਂ ਹੈ। ਖਸਮ ਮਰੈ ਤੋ ਨਾਰ, ਨਾਰ ਦਾ ਅਰਥ ਹੁੰਦਾ ਇਸਤਰੀ। ਇਸਤਰੀ ਦਾ ਅਰਥ ਹੈ ਕਿ ਜਿਸ ਮਾਇਆ ਦੇ ਅਸੀਂ ਮਾਲਕ ਹਾਂ, ਭਾਵੇਂ ਉਹ ਸੋਨਾ ਹੈ, ਕਾਰ ਹੈ, ਘਰ ਹੈ, ਪੈਸੇ ਨੇ, ਉਹਦੇ ਅਸੀਂ ਮਾਲਕ ਹਾਂ, ਖਸਮ ਹਾਂ। ਸਾਡੇ ਨਾਮ ਰਜਿਸਟਰੀ ਅਸੀਂ ਕਹਿੰਦੇ ਹਾਂ, ਸਾਡੇ ਨਾਮ ਦੇ ਕਾਗਜ਼ ਨੇ। ਅਤੇ ਭਗਤ ਕਬੀਰ ਸਾਹਿਬ ਕਹਿੰਦੇ ਇਹ ਮਾਇਆ ਇੱਦਾਂ ਦੀ ਹੈ ਕਿ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਜਦੋਂ ਇਹ ਮਾਇਆ ਦਾ ਪਤੀ ਮਰ ਜਾਂਦਾ ਹੈ ਅਤੇ ਉਸਦੀ ਰਾਖੀ ਕਰਨ ਵਾਸਤੇ ਕੋਈ ਹੋਰ ਬਣ ਜਾਂਦਾ ਹੈ, ਉਸਦਾ ਰਾਖਾ ਕੋਈ ਹੋਰ ਬਣ ਜਾਂਦਾ ਹੈ। ਪਰ ਮਾਇਆ ਜਿਹੜੀ ਹੈ ਇਹ ਨਿਰਲੱਜ ਹੈ, ਇਹ ਬੇਸ਼ਰਮ ਹੈ। ਕਬੀਰ ਸਾਹਿਬ ਕਹਿੰਦੇ ਨੇ ਇਸ ਕਰਕੇ ਇਸ ਨਿਰਲੱਜ ਮਾਇਆ ਨੇ ਹਰ ਇੱਕ ਮਨੁੱਖ ਦੇ ਉੱਤੇ ਆਪਣਾ ਜ਼ੋਰ ਪਾਇਆ ਹੈ। ਕਿਸੇ ਨੂੰ ਕਿਸੇ ਰੂਪ ਰੰਗ 'ਚ ਫਸਾਇਆ ਹੋਇਆ ਹੈ, ਇਹਨੂੰ ਪੈਸਿਆਂ ਦੇ ਚੱਕਰ 'ਚ ਫਸਾਇਆ ਹੋਇਆ, ਕਿਸੇ ਨੂੰ ਕੋਈ ਹੋਰ ਮੋਹ ਮਮਤਾ ਵਿੱਚ ਫਸਾਇਆ ਹੋਇਆ ਹੈ, ਕਿਸੇ ਨੂੰ ਹੋਰ ਚੀਜ਼ ਵਿੱਚ ਫਸਾਇਆ ਹੋਇਆ ਹੈ। ਮਾਇਆ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਪ੍ਰਭਾਵ ਪਾਇਆ ਹੋਇਆ, ਕਿਸੇ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰੂਪ 'ਚ ਪ੍ਰਭਾਵ ਪਾਇਆ ਹੋਇਆ, ਇਹਨੂੰ ਆਸਾ, ਤ੍ਰਿਸ਼ਨਾ, ਮਨਸਾ ਦੇ ਰੂਪ 'ਚ ਪ੍ਰਭਾਵ ਪਾਇਆ ਹੋਇਆ। ਪਰ ਇਸ ਨੇ ਆਪਣਾ ਪੂਰਾ ਤਾਣ ਲਾਇਆ ਹੋਇਆ, ਜਿੱਧਰ ਵੀ ਤੱਕੋ। ਕਬੀਰ ਸਾਹਿਬ ਕਹਿੰਦੇ ਹਰ ਇੱਕ ਮਨੁੱਖ ਦੇ ਉੱਤੇ ਇਸ ਦਾ ਹੀ ਜ਼ੋਰ ਹੈ, ਇਸ ਮਾਇਆ ਦਾ ਹੀ ਪ੍ਰਭਾਵ ਹੈ।
ਆਖਣ ਲਗੇ ਨਕਟੀ ਕੋ ਠਨਕਨ ਵਾਡਾ ਡੂੰ। ਨਕਟੀ ਪਾਓ ਕਿ ਜਿਹੜੀ ਨਿਰਲਜ ਮਾਇਆ ਹੈ, ਹਰ ਇੱਕ ਜੀਵ ਦੇ ਉੱਤੇ ਇਸ ਨੇ ਆਪਣਾ ਜੋਲ ਲਾਇਆ ਹੋਇਆ ਹੈ। ਤੇ ਇਹ ਪਤਾ ਕਰਦੀ ਕੀ ਹੈ ਮਾਇਆ? ਮਾਇਆ ਕਰਦੀ ਹੈ ਕਿ ਇਹ ਜਗਤ ਦੇ ਵਿੱਚ ਨਿਰਲਜ ਮਾਇਆ ਸਾਰੇ ਜਗਤ ਵਿੱਚ ਠਨ ਠਨ ਕਰਕੇ ਆਪਣਾ ਬਾਜਾ ਵਜਾ ਰਹੀ ਹੈ। ਠਣਕਣ ਦਾ ਅਰਥ ਹੁੰਦਾ ਠਨ ਠਨ ਕਰਕੇ ਵਜਣ ਵਾਲਾ ਸਾਜ਼। ਵਾਡਾ ਦਾ ਅਰਥ ਹੁੰਦਾ ਬਾਜਾ। ਡੂੰ ਦਾ ਅਰਥ ਹੈ ਡੂੰ ਡੂੰ ਕਰਕੇ। ਕਹਿੰਦੇ ਨੇ ਇਹ ਮਾਇਆ ਜਿਹੜੀ ਨਿਰਲਜ ਹੈ ਨਾ, ਇਹ ਸਾਰੇ ਜਗਤ ਵਿੱਚ ਠਨ ਠਨ ਕਰਕੇ ਵਜ ਰਹੀ ਹੈ। ਸਾਰੇ ਜਗਤ ਦੇ ਜੀਵ ਇਸ ਦੇ ਪ੍ਰਭਾਵ ਥੱਲੇ ਨੇ। ਤੇ ਆਖਣ ਲੱਗੇ ਕਬੀਰ ਸਾਹਿਬ ਕਹਿੰਦੇ ਕਿੰਨੇ ਵਿਵੇਕੀ ਕਾਟੀ ਤੂੰ ਰਹਾਓ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਆਖਣ ਲੱਗੇ ਹੇ ਮਾਇਆ, ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ, ਪਾਓ ਕਿ ਤੈਨੂੰ ਵੱਢ ਦਿੱਤਾ। ਮਾਇਆ ਜਿਹੜੀ ਹੈ ਉਹ ਆਪਣਾ ਪ੍ਰਭਾਵ ਪਾਉਂਦੀ ਹੈ, ਪਰ ਕੋਈ ਵਿਚਾਰਵਾਨ ਮਨੁੱਖ, ਸਿਆਣਾ ਮਨੁੱਖ ਜਿਹਨੂੰ ਵਿਚਾਰ ਜੀਵਨ ਦੀ ਸਮਝ ਆ ਗਈ ਹੈ, ਉਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਉਸ ਨੂੰ ਗੁਰੂ ਸਾਹਿਬ ਨੇ ਇੱਦਾਂ ਆਖਿਆ, ਫਿਰ ਮੈਂ ਵਚਨ ਕਰਾਂ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਲਿਵ ਲੱਗ ਗਈ, ਉਹਨਾਂ ਨੇ ਮਾਇਆ ਦੇ ਵਿੱਚ ਰਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ। ਫਿਰ ਗੱਲ ਨੂੰ ਸਮਝਿਓ, ਇਹ ਮਾਇਆ ਜਿਹੜੀ ਹੈ ਕਿ ਜਿਹਨੇ ਵਿਚਾਰ ਕਰ ਲਈ, ਜਿਸ ਨੇ ਇਸ ਗੱਲ ਨੂੰ ਸਮਝ ਲਿਆ ਕਿ ਇਹ ਮਾਇਆ ਜਿਹੜੀ ਹੈ ਨਾ, ਇਹ ਕਦੀ ਸੁੱਖ ਨਹੀਂ ਦਿੰਦੀ ਬੰਦੇ ਨੂੰ। ਇਹ ਗੱਲ ਯਾਦ ਰੱਖ ਰਹੇ ਹੋ। ਮੈਂ ਕਈ ਵਾਰੀ ਬੇਨਤੀ ਕਰਦਾ, ਰੱਬ ਨਾ ਵੀ ਮਿਲੇ, ਰੱਬ ਦੀ ਯਾਦ ਵੀ ਸੁੱਖ ਦਿੰਦੀ ਹੈ। ਮਾਇਆ ਮਿਲ ਵੀ ਜਾਏ, ਇਹ ਮਿਲ ਕੇ ਵੀ ਦੁੱਖ ਦਿੰਦੀ ਹੈ। ਨਾ ਮਿਲੇ ਤਾਂ ਵੀ ਦੁਖੀ ਹੁੰਦੇ ਆ, ਮਾਇਆ ਨਹੀਂ ਹੈ। ਜਦੋਂ ਮਿਲ ਜਾਂਦੀ ਹੈ ਫਿਰ ਦੁਖੀ ਕਰਦੀ ਹੈ। ਕੋਈ ਕਹਿੰਦਾ ਮੇਰਾ ਪੁੱਤ ਆਖੇ ਨਹੀਂ ਲੱਗਦਾ, ਕੋਈ ਕਹਿੰਦਾ ਮੇਰੀ ਧੀ ਆਖੇ ਨਹੀਂ ਲੱਗਦੀ, ਕੋਈ ਕਹਿੰਦਾ ਮੇਰੀ ਨੂੰਹ ਆਖੇ ਨਹੀਂ ਲੱਗਦੀ, ਕੋਈ ਕਹਿੰਦਾ ਮੇਰੀ ਸੱਸ ਆਖੇ ਨਹੀਂ ਲੱਗਦੀ। ਇਹ ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ। ਇਹ ਸਭ ਹੈ ਮਾਇਆ ਦਾ ਪ੍ਰਭਾਵ ਹੀ, ਕਿਉਂਕਿ ਮਾਇਆ ਆਪਣਾ ਅਸਰ ਕਰਦੀ ਹੈ, ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ। ਪਰ ਜਿਸ ਬੰਦੇ ਨੂੰ ਇਸ ਮਾਇਆ ਦੀ ਗੱਲ ਸਮਝ ਆ ਗਈ, ਕੋਈ ਵਿਚਾਰਵਾਨ ਮਨੁੱਖ ਜਿਹਨੇ ਇਹ ਵਿਚਾਰ ਕਰ ਲਈ ਕਿ ਇਹ ਮਾਇਆ ਵਰਤਣ ਵਾਸਤੇ ਹੈ। ਆਮ ਲੋਕ ਕੀ ਕਰਦੇ ਨੇ, ਮਾਰ ਕਹਿੰਦੇ ਸੂਮੈ ਤਨ ਰਾਖਨ ਕੋ ਦੀਆ ਮੁਗਧ ਕਹਿ ਤਨ ਮੇਰਾ। ਇਹ ਤਨ ਵਰਤਣ ਵਾਸਤੇ ਦਿੱਤਾ ਸੀ ਤੇ ਮੂਰਖ ਕਹਿੰਦਾ ਤਨ ਮੇਰਾ। ਇਹ ਚੱਲਦਾ ਨਾ ਸਾਡੇ ਨਾਲ। ਅਸੀਂ ਸੋਚਦੇ ਵੀ ਇਕੱਠੀ ਕਰ ਲਈਏ, ਹੋਰ ਥੋੜ੍ਹੀ ਸੀ ਕਰ ਲਈਏ। ਕਈ ਵਾਰੀ ਅਸੀਂ ਆਪਣੇ ਬੱਚਿਆਂ ਦੇ ਖਰਚੇ ਕੱਟ ਲੈਂਦੇ ਹਾਂ, ਆਪਣੇ ਖਰਚੇ ਕੱਟ ਲੈਂਦੇ ਹਾਂ ਵੀ ਕਿਤੇ ਖਰਚਾ ਹੋਰ ਬਚਾ ਲਈਏ, ਖਾਣਾ ਪੀਣਾ ਘੱਟ ਕਰਦੇ ਵੀ ਮਾਇਆ ਕਿਤੇ ਜੁੜ ਜਾਏ। ਗੁਰਮਤਿ ਕਹਿੰਦੀ ਹੈ, ਗੁਰਬਾਣੀ ਕਹਿੰਦੀ ਹੈ, ਇਹ ਮਾਇਆ ਸਿੱਖਾ ਵਰਤਣ ਵਾਸਤੇ ਦਿੱਤੀ ਹੈ। ਮਾਇਆ ਵਰਤਣ ਵਾਸਤੇ ਦਿੱਤੀ ਹੈ, ਪਰ ਮੁਗਧ ਕਹਿ ਧਨ ਮੇਰਾ। ਮੂਰਖ ਕਹਿੰਦਾ, ਲੋਭੀ ਬੰਦਾ ਕਹਿੰਦਾ ਕਿ ਇਹ ਧਨ ਮੇਰਾ, ਇਸ ਕਰਕੇ ਮੇਰਾ ਮੇਰਾ ਕਰਕੇ ਉਹਨੂੰ ਖਰਚਦਾ ਨਹੀਂ ਹੈ। ਇਹ ਮਾਇਆ ਵਰਤਣ ਵਾਸਤੇ ਦਿੱਤੀ ਹੈ ਪਰਮੇਸ਼ਰ ਨੇ। ਜੋ ਵੀ ਘਰ ਪਰਿਵਾਰ, ਧਨ ਪਦਾਰਥ, ਇਹ ਸੰਸਾਰ, ਇਹ ਵਰਤਣ ਵਾਸਤੇ ਹੈ। ਸੰਸਾਰ ਵਿੱਚ ਕੋਈ ਚੀਜ਼ ਆਪਣੀ ਨਹੀਂ ਹੈ। ਇੱਥੇ ਹਰ ਇੱਕ ਚੀਜ਼ ਵਰਤਣ ਵਾਸਤੇ ਹੈ। ਪਰਿਵਾਰ ਹੈ ਉਹ ਵਰਤਣ ਵਾਸਤੇ ਹੈ, ਉਹ ਵਿਵਹਾਰ ਲਈ ਹੈ। ਜੋ ਧਨ ਪਦਾਰਥ ਨੇ ਉਹ ਵਰਤਣ ਵਾਸਤੇ ਨੇ। ਔਰ ਜੇ ਨਾ ਵਰਤਾਂਗੇ, ਇਕੱਠੀ ਕਰ ਕਰਕੇ ਰੱਖੇ ਜਾਵਾਂਗੇ, ਫਿਰ ਜਾਣ ਵੇਲੇ ਪਛਤਾਵਾ ਹੁੰਦਾ ਵੀ ਜਿਨ੍ਹਾਂ ਵਾਸਤੇ ਮੈਂ ਇਕੱਠੀ ਕੀਤੀ ਨਾ, ਅੱਜ ਉਹ ਮੇਰਾ ਆਖਿਆ ਨਹੀਂ ਮੰਨਦੇ। ਹਜ਼ਾਰਾਂ ਲੋਕ ਇਹ ਗੱਲ ਕਹਿੰਦੇ ਨੇ। ਅੱਜ ਸਮਾਜ 'ਚ ਜਾਓ, ਜਿਸ ਘਰ ਬੈਠੋ, ਵੱਡੇ ਬਜ਼ੁਰਗਾਂ ਕੋਲ ਕੋਈ ਵਿਰਲਾ ਹੀ ਘਰ ਬਚਿਆ ਜਿਹੜਾ ਕਹਿੰਦਾ ਵੀ ਬੱਚੇ ਸਾਡੇ ਆਖੇ 'ਚ ਨੇ। ਉਹ ਕਹਿੰਦੇ ਵੀ ਇਹਨਾਂ ਵਾਸਤੇ ਤਾਂ ਅਸੀਂ ਇੱਕ ਇੱਕ ਪੈਸਾ ਜੋੜ ਕੇ ਇਹਨਾਂ ਨੂੰ ਪੜ੍ਹਾਇਆ ਲਿਖਾਇਆ, ਤਿਆਰ ਕੀਤਾ, ਅਤੇ ਅੱਜ ਇਹ ਸਾਡਾ ਆਖਿਆ ਹੀ ਨਹੀਂ ਮੰਨਦੇ। ਅਸੀਂ ਆਪਣੇ ਖਰਚੇ ਘੱਟ ਕੀਤੇ, ਵੰਨ ਸੁਵੰਨਾ ਕੱਪੜਾ ਨਹੀਂ ਪਾਇਆ, ਮਨ ਮਰਜ਼ੀ ਦੀ ਖੁਰਾਕ ਨਹੀਂ ਖਾਧੀ। ਅਸੀਂ ਸਾਗ ਸੰਬੰਧੀਆਂ ਵਿੱਚ ਬਹੁਤੇ ਨਾ ਵਿਚਰੇ ਵੀ ਕਿਸੇ ਤਰੀਕੇ ਨਾਲ ਮਾਇਆ ਜਿਹੜੀ ਹੈ ਉਹ ਇਹਨਾਂ ਬੱਚਿਆਂ ਦੇ ਉੱਤੇ ਖਰਚ ਕਰ ਦਈਏ।
ਪਰ ਹੈਰਾਨੀ ਦੀ ਗੱਲ ਕਿ ਜਿਨ੍ਹਾਂ ਦੇ ਉੱਤੇ ਖਰਚ ਕਰਦੇ ਹਾਂ, ਪਰ ਜਦੋਂ ਬਾਅਦ 'ਚ ਉਹੀ ਕਹਿੰਦੇ ਨੇ ਵੀ ਤੁਸੀਂ ਇਸ ਘਰ 'ਚ ਨਹੀਂ ਰਹਿ ਸਕਦੇ, ਜਾਂ ਤਾਂ ਅਸੀਂ ਰਵਾਂਗੇ ਜਾਂ ਤੁਸੀਂ ਰਵੋਗੇ। ਮਾਂ ਪਿਓ ਫਿਰ ਉਹਨਾਂ ਦਾ ਜਿਗਰਾ ਵੱਡਾ, ਉਹ ਕਹਿੰਦੇ ਕੋਈ ਨਹੀਂ, ਅਸੀਂ ਜੋ ਹੈ ਬਿਰਧ ਆਸ਼ਰਮ ਚਲੇ ਜਾਵਾਂਗੇ। ਕਿਤਨੇ ਲੋਕਾਂ ਦੇ ਜਿਹੜੇ ਮਾਂ ਪਿਓ ਨੇ ਉਹ ਬਿਰਧ ਆਸ਼ਰਮ ਦੇ ਵਿੱਚ ਨੇ, ਜਿਨ੍ਹਾਂ ਨੇ ਪ੍ਰੋਪਰਟੀ ਨੂੰ ਬਣਾਇਆ, ਘਰ ਬਣਾਇਆ, ਪੈਸੇ ਇਕੱਠੇ ਕੀਤੇ, ਬੈਂਕ ਬੈਲੈਂਸ ਹੈ, ਪਰ ਉਹਨਾਂ ਨੇ ਮਾਇਆ ਨੂੰ ਸਹੀ ਤਰੀਕੇ ਨਾਲ ਵਰਤਿਆ ਨਹੀਂ। ਔਰ ਬਹੁਤਾ ਧਨ ਵੀ ਲੋਕਾਂ ਦੇ ਵਾਸਤੇ ਦੁਖਦਾਈ ਇਸ ਕਰਕੇ ਹੁੰਦਾ ਹੈ। ਇਹ ਵੀ ਨਿਰਣਾ ਕੀਤਾ। ਇੱਕ ਵਾਰੀ ਮੈਂ ਮੋਹਾਲੀ ਦੇ ਵਿੱਚ ਵਿਚਰਿਆ ਸੀ, ਬਿਰਧ ਆਸ਼ਰਮ ਗਏ ਪਤਾ ਕਰਨ ਵਾਸਤੇ ਵੀ ਇੱਥੇ ਕੌਣ ਲੋਕ ਨੇ। ਕਈ ਵਾਰੀ ਮਨ 'ਚ ਆਉਂਦਾ ਨਾ, ਜਿਹੜੀ ਗੱਲ ਪ੍ਰੈਕਟੀਕਲ ਵਿੱਚ ਹੋਏ ਉਹੀ ਵਧੀਆ ਲੱਗਦੀ ਹੈ, ਉਹੀ ਸਮਝ ਆਉਂਦੀ ਹੈ। ਸੋਚਿਆ ਸੀ ਵੀ ਜਿਨ੍ਹਾਂ ਦੇ ਲੜਕੇ ਨਹੀਂ ਹਨ, ਲੜਕੀਆਂ ਨਹੀਂ ਹਨ, ਕੋਈ ਸਹਾਰਾ ਨਹੀਂ ਹੈ, ਅਤੇ ਉਹ ਬਿਰਧ ਆਸ਼ਰਮ ਦੇ ਵਿੱਚ ਹੋਣ ਸਮਝ ਆਉਂਦੀ ਹੈ ਵੀ ਲੜਕੀ ਵੀ ਕੋਈ ਨਹੀਂ, ਲੜਕਾ ਵੀ ਕੋਈ ਨਹੀਂ, ਇਕੱਲੇ ਰਹਿ ਗਏ, ਬਿਰਧ ਹੋ ਗਏ, ਚਲੋ ਬਿਰਧ ਆਸ਼ਰਮ ਚਲੇ ਜਾਈਏ, ਕੋਈ ਦੇਖਣ ਵਾਲਾ ਨਹੀਂ। ਪਰ ਹੈਰਾਨੀ ਦੀ ਗੱਲ, ਉੱਥੇ ਉਹ ਸਨ ਬਿਰਧ ਆਸ਼ਰਮ ਦੇ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਸੀ ਜਿਸ ਦੇ ਬੱਚੇ ਨਹੀਂ ਸਨ। ਪਤਾ ਲੱਗਿਆ ਕੋਈ 100 ਕਿੱਲੇ ਜ਼ਮੀਨ ਦਾ ਮਾਲਕ ਹੈ, ਪਤਾ ਲੱਗਿਆ ਕੋਈ ਬਹੁਤ ਵੱਡਾ ਅਫਸਰ ਰਿਟਾਇਰ ਹੋਇਆ, ਪਰ ਬੱਚਿਆਂ ਨੇ ਉਸ ਨੂੰ ਬਿਰਧ ਆਸ਼ਰਮ ਦੇ ਵਿੱਚ ਰਹਿਣ ਤੋਂ ਮਜਬੂਰ ਕਰ ਦਿੱਤਾ। ਗਰੀਬ ਨਹੀਂ, ਜਿਹਦੇ ਮਾਤਾ ਜਿਸ ਤਰ੍ਹਾਂ ਦੇ ਔਲਾਦ ਨਹੀਂ, ਉਹ ਨਹੀਂ। ਮਨ ਵਿੱਚ ਇਹੀ ਖਿਆਲ ਸੀ ਪਹਿਲਾਂ ਵੀ ਸ਼ਾਇਦ ਬਿਰਧ ਆਸ਼ਰਮ ਉਹੀ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਔਲਾਦ ਨਹੀਂ, ਸੰਤਾਨ ਨਹੀਂ, ਜਿਨ੍ਹਾਂ ਦੇ ਬੱਚੇ ਨਹੀਂ। ਪਰ ਹੈਰਾਨੀ ਹੋਈ, ਉੱਥੇ ਜਾ ਕੇ ਵੇਖਿਆ ਉਹ ਲੋਕ ਜਿਹੜੇ ਕਿ 10-10 ਫੈਕਟਰੀਆਂ ਦੇ ਮਾਲਕ, 100-100 ਏਕੜ ਜ਼ਮੀਨਾਂ ਦੇ ਮਾਲਕ, ਪਰ ਉਹ ਬਿਰਧ ਆਸ਼ਰਮਾਂ ਦੇ ਵਿੱਚ ਰਹਿਣ ਤੋਂ ਮਜਬੂਰ ਨੇ, ਕਿਉਂਕਿ ਮਾਇਆ ਨੇ ਆਪਣੇ ਪ੍ਰਭਾਵ ਪਾਇਆ। ਕਬੀਰ ਸਾਹਿਬ ਕਹਿੰਦੇ ਕਿਸੇ ਵਿਚਾਰਵਾਨ ਮਨੁੱਖ ਨੇ ਇਸ ਮਾਇਆ ਨੂੰ ਸਮਝਿਆ, ਅਤੇ ਇਸ ਮਾਇਆ ਦਾ ਜਿਹੜਾ ਬਲ ਸੀ ਨਾ, ਮਾਇਆ ਦੀ ਜਿਹੜੀ ਤਾਕਤ ਸੀ, ਜੋ ਤਾਕਤ ਸਾਡੇ ਉੱਤੇ ਇਹ ਮਾਇਆ ਵਰਤਦੀ ਹੈ, ਉਸਨੇ ਇਸ ਦਾ ਬਲ ਆਪਣੇ ਉੱਤੇ ਵਰਤਣ ਨਹੀਂ ਦਿੱਤਾ। ਮਾਇਆ ਤਾਂ ਆਪਣੀ ਤਾਕਤ ਵਰਤਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰ ਜਿਹੜਾ ਵਿਚਾਰਵਾਨ ਹੈ, ਜਿਹੜਾ ਸਿਆਣਾ ਹੈ, ਉਹ ਮਾਇਆ ਨੂੰ ਸਮਝ ਕੇ ਚੱਲਦਾ ਹੈ। ਅਗਲੇ ਬਚਨ ਕੀਤੇ ਭਗਤ ਕਬੀਰ ਸਾਹਿਬ ਜੀ ਨੇ, ਆਖਣ ਲੱਗੇ, ਕਹਿੰਦੇ ਮਾਇਆ ਦਾ ਅਸਰ ਵੇਖੋ, ਕਹਿੰਦੇ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਆਖਣ ਲੱਗੇ, ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਮਾਇਆ ਦੇ ਬਲਵਾਨ 5 ਕਾਮ ਆਦਿਕਾਂ ਨਾਲ ਮੇਲ ਜੋਲ ਰੱਖਣ ਵਾਲੇ ਜਿਹੜੇ ਮਨੁੱਖ ਨੇ, ਜਿਹੜੇ ਮਾਇਆ ਦੇ ਬਲਵਾਨ ਪੁੱਤਰ ਨੇ, 5 ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਨੇ ਨਾ, ਇਹ ਮਾਇਆ ਦੇ ਪੁੱਤਰ ਹਨ ਔਰ ਬਲਵਾਨ ਪੁੱਤਰ ਹਨ, ਹੱਟੇ ਕੱਟੇ ਨੇ, ਤਕੜੇ ਨੇ। ਇਹ ਕੋਈ ਇਤਨੇ ਸੌਖੀ ਲਥਨ ਵਾਲੇ ਨਹੀਂ। ਅਸੀਂ ਹਾਰ ਜਾਵਾਂਗੇ, ਇਹ ਨਹੀਂ ਹਾਰਦੇ। ਇਹਨਾਂ ਦੇ ਨਾਲ ਜਿੰਨੀ ਮਰਜ਼ੀ ਲੜਾਈ ਕਰੀਏ। ਕਬੀਰ ਸਾਹਿਬ ਕਹਿੰਦੇ ਨੇ ਮਾਇਆ ਦੇ ਬਲਵਾਨ ਜਿਹੜੇ ਪੁੱਤਰ ਨੇ ਨਾ, ਇਹਨਾਂ ਨਾਲ ਜਿਹੜੇ ਮੇਲ ਜੋਲ ਰੱਖਦੇ ਨੇ। ਫਿਰ ਗੱਲ ਨੂੰ ਸਮਝਿਓ, ਜਿਹੜਾ ਕਾਮ ਨਾਲ ਮੇਲ ਰੱਖਦਾ ਹੈ, ਕ੍ਰੋਧ ਨਾਲ ਮੇਲ ਰੱਖਦਾ ਹੈ, ਲੋਭ ਮੋਹ ਹੰਕਾਰ ਨਾਲ ਮੇਲ ਮਿਲਾਪ ਰੱਖਦਾ ਹੈ, ਉਸ ਮਨੁੱਖ ਦੀ ਗੱਲ ਕਰ ਰਹੇ ਨੇ। ਉਹ ਮਨੁੱਖ ਕੀ ਕਰਦਾ ਜਿਹੜਾ ਇਹਨਾਂ ਵਾਸਨਾਵਾਂ ਦੇ ਨਾਲ ਮੇਲ ਰੱਖਦਾ ਹੈ? ਇਕਤ ਪੱਤਰ ਪਰ ਉਰਕਟ ਕੁਰਕਟ, ਇੱਕ ਭਾਂਡੇ ਵਿੱਚ ਕੁੱਕੜ ਆਦਿਕ ਦਾ ਰਿੰਨਿਆ ਹੋਇਆ ਮਾਸ ਪਾ ਲੈਂਦੇ ਨੇ, ਜਿਹੜੇ ਇਹਨਾਂ ਵਾਸਨਾਵਾਂ ਦੇ ਨਾਲ ਆਪਣਾ ਮੇਲ ਜੋਲ ਰੱਖਦੇ ਨੇ। ਇੱਕ ਹੋਰ ਬੇਨਤੀ ਕਰਾਂ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਬੰਦਾ ਬੰਦੇ ਦੀ ਸੰਗਤ ਦੇ ਵਿੱਚ ਹੀ ਵਿਗੜਦਾ ਹੈ। ਐਸੀ ਗੱਲ ਨਹੀਂ ਹੈ। ਬੰਦਾ ਕਈ ਵਾਰੀ ਇਹਨਾਂ 5 ਵਾਸਨਾਵਾਂ ਦੇ ਚੱਕਰ 'ਚ ਪੈ ਜਾਏ ਤਾਂ ਵੀ ਬੰਦਾ ਵਿਗੜਦਾ ਹੈ। ਕਈ ਵਾਰੀ ਇਕੱਲਾ ਰਹਿਣ ਵਾਲਾ ਬੰਦਾ ਜ਼ਿਆਦਾ ਵਿਗੜਿਆ ਹੁੰਦਾ, ਜਿਹੜਾ ਕਿਦਾ ਸੰਗੀ ਨਹੀਂ ਹੁੰਦਾ, ਜਿਹੜਾ ਕਿਦਾ ਸਾਥੀ ਨਹੀਂ ਹੁੰਦਾ, ਪਰ ਉਹਨੂੰ ਨੇੜੇ ਹੋ ਕੇ ਤੱਕੋਗੇ ਪਤਾ ਲੱਗਦਾ ਬੜਾ ਜੀਵਨ ਕਰੈਕਟਰ ਤੋਂ ਡਿੱਗਿਆ ਹੋਇਆ। ਕਬੀਰ ਸਾਹਿਬ ਕਹਿੰਦੇ ਨੇ ਉਹ ਕੀ ਕਰਦੇ ਨੇ, ਇੱਕ ਭਾਂਡੇ ਦੇ ਵਿੱਚ ਕੁੱਕੜ ਆਦਿਕ ਦਾ ਰਿੰਨਿਆ ਹੋਇਆ ਮਾਸ ਪਾ ਲੈਂਦੇ ਨੇ। ਇਕਤ ਪੱਤਰ, ਪੱਤਰ ਕਹਿੰਦੇ ਨੇ ਭਾਂਡੇ ਨੂੰ ਭਰ ਭਰ ਕੇ, ਉਰਕਟ ਕੁਰਕਟ, ਕੁਰਕਟ ਕਹਿੰਦੇ ਨੇ ਕੁੱਕੜ ਨੂੰ, ਉਰਕਟ ਦਾ ਅਰਥ ਹੁੰਦਾ ਰਿੰਨਿਆ ਹੋਇਆ, ਚੰਗੀ ਤਰ੍ਹਾਂ ਤਿਆਰ ਕੀਤਾ ਹੋਇਆ। ਕਹਿੰਦੇ ਉਹ ਮਾਸ ਪਾ ਲੈਂਦੇ ਨੇ। ਇਕਤ ਪੱਤਰ ਪਰ ਪਾਣੀ, ਅਤੇ ਕਹਿਣ ਲੱਗੇ ਜਿਹੜੇ ਮਾਇਆ 'ਚ ਗਲਤਾਨ ਨੇ ਨਾ, ਅਤੇ ਦੂਜੇ ਭਾਂਡੇ ਵਿੱਚ ਸ਼ਰਾਬ ਪਾ ਲੈਂਦੇ ਨੇ। ਇੱਕ ਭਾਂਡੇ ਦੇ ਵਿੱਚ ਰਿੰਨਿਆ ਹੋਇਆ ਮਾਸ, ਦੂਜੇ ਭਾਂਡੇ ਦੇ ਵਿੱਚ ਕਹਿੰਦੇ ਸ਼ਰਾਬ ਪਾ ਲੈਂਦੇ ਨੇ।
ਤੇ ਹੁੰਦਾ ਕੀ ਹੈ? ਆਸ ਪਾਚ ਪਾਸ ਪੰਚ ਜੋਗੀਆ ਬੈਠੇ, बीच नकट दे रानी। कहते इस मास शराब के आले दुआले बैठ जाते हैं तो इन्हां विषयी बंदियां दे अंदर निर्लज माया का प्रभाव हुंदा है। बीच नकट दे नारी, नकट का अर्थ है निर्लज माया, रानी का अर्थ है जो मालकन है। ये कहते ये माया फिर विच बह जाती है, विच पा के इस पासे तोरदी है। गुस्ताखी माफ़ करना, ये माया दी प्रभाव है कि शाम नूं गुरुद्वारा भी खुलदा है, शाम नूं शराब के ठेके भी खुलते हैं, शाम नूं गुरु घर दे विच प्रसाद भी मिलता है, तो होटलों ते जाके मांस भी मिलता है। पर बहुते लोग मांस नूं चुनते हैं, बहुते लोग शराब नूं चुनते हैं। बड़े घट लोग ने जिहड़े गुरु घर के दरवाजे खुलन तो वह गुरु घर वल नूं आउण, भी कदों गुरु घर दीवान सजने ने, कदों दरवाजे खुले ने, असीं पहुँचीए गुरु घर दे विच। क्यों? क्योंकि माया ने अपना उन्होंने उत्ते प्रभाव पाया होया है। काम आदि जिहड़े पंज विकार ने उन्होंने उत्ते हावी ने, कबीर साहब कहते हैं। तो वह की कर रहे हैं? वो मनुख के उत्ते अपना असर पा रहे हैं। फिर कहन लगे, कहते सगल माहे नकटी का वासा, सकल मार ओह हेरी। कहते ने सब जीवां दे उत्ते इस निर्लज माया का वासा है, निवास है, पर यह माया जोर पा रही है। तो कर की रही है? सगल माहे नगटी का वासा, सगल मार ओहेरी। ओहेरी का अर्थ होता है शिकार करना। ये बंदे का शिकार कर रही है। कहन लगे माया सबना दे आत्मिक जीवन नूं मार के ना गहू नाल वेखदी है कि कोई बचता नहीं रहा। मारदी किद्दां माया? साडे आत्मिक जीवन नूं, आत्मिक जीवन नूं मार देंदी है अते बड़े गहू नाल तकदी है। ओहेरी ध्यान नाल तकदी है भी मेरे प्रभाव तो कोई बचते नहीं गया। ये गल याद रखना, माया देखती रहिंदी सानू। माया नूं कदी चंगा नहीं लगदा कि असी गुरमुख बणीए, असी चंगे जीवन वाले होइए। कबीर साहब कहते माया फिर तकदी रहिंदी भी कोई ऐसा तो नहीं जिहड़ा मेरे मार तो बच गया होवे, क्योंकि मेरा काम तो आत्मिक जीवन खत्म करना है ना, आत्मिक जीवन नूं कतल करना है। और साडा आत्मिक जीवन कतल हो जाता है जदों असीं अकाल पुरख वाहिगुरू नूं विसार दिंदे हां, ये माया दे वस पै जांदे हां। असीं रोज़ ही पढ़दे हां, मर कहंदे आखां जीवां विसरै मर जाओ। आखदा हाँ सतगुर कहते मैं जीवदा हाँ, जो मैनू रब जी भुल जाते ने मेरी आत्मिक मौत हो जाती। ये माया मेरी आत्मिक मौत कर देंदी है, माया मैनू मार देंदी है। फिर कहन लगे सगलियां की हो बहन भान जी, जिन्हें वरी तिस चेरी। ये जिहड़ी माया है ये आखदी है कि मैं सब जीवां दी भैन ते भणे भी हाँ। जिमें भरा अपनी भैन नूं मनाउंदे ने वो रुस जाती है, भणे भी नूं मनाउंदे ने। ते कबीर साहब कहते ये माया कहती मैं सारियां दी भैन ते भणे भी हाँ। भाव सारे जीव मैनू तरला लै लैके इकट्ठी करते हैं, नाले मेरा तरला लैंदे हैं। माया दे पिछे की कुछ बंदा नहीं करता। धन गुरु तेग बहादुर महाराज ਤਾਂ ਇੱਥੇ तक आखते ने कि ये बंदा सुख कै हेत बहुत दुख पावत, सेव करत जन जन की। जने खने की सेवा करन लग पैंदा। द्वारे द्वार सुहान जो डोलत नह सुध राम भजन की। इनू वाहिगुरू के भजन की सोझी नहीं। इस करके कहते सारे जीव तरला लै लैके माया इकट्ठी करते हैं। पर कहन लगी माया कहते जिन्हें वरी तिस चेरी, पर जिस मनुख ने मेरे नाल ब्याह कर लिया, ये माया कहती है। जिसने आपने उत्ते मेरा जोर नहीं पैन दिता, कहते मैं उहदी दासी बन जाती हाँ। दासी किहदी है? माया दासी भगतां की कार कमावै। एक बार उच्चारण करो सतनाम। माया भगतां की दासी बन जाती। क्यों? भगतां ने इसनूं वर लिया, अपने नाल ब्याह लिया माया ने। वो माया के प्रभाव थले नहीं दबदे। फिर कबीर साहब जी आखन लगे हमरो भरता बड़ो विवेकी, आपे संत कहावै। ये माया आखदी है कहते कोई बड़ा ज्ञानवान मनुख ही जिसनों जगत संत आखदा है,
ਕਹਿੰਦੇ ਮੇਰਾ ਮਾਇਆ ਦਾ ਖਸਮ ਬਣ ਸਕਦਾ ਹੈ। ਹਮਰੋ ਭਰਤਾ, ਹਮਰੋ ਦਾ ਅਰਥ ਸਾਡਾ, ਬੜੋ ਵਿਵੇਕੀ ਦਾ ਅਰਥ ਹੈ ਕੋਈ ਗਿਆਨਵਾਨ ਮਨੁੱਖ, ਸਮਝਦਾਰ ਮਨੁੱਖ, ਸਿਆਣਾ ਮਨੁੱਖ। ਮਾਇਆ ਕਹਿੰਦੀ ਹੈ ਮੇਰਾ ਖਸਮ ਉਹ ਬਣ ਸਕਦਾ ਜਿਹੜਾ ਸੂਝਵਾਨ ਹੋਵੇ, ਜਿਹੜਾ ਗਿਆਨਵਾਨ ਹੋਵੇ, ਜਿਸ ਨੂੰ ਜਗਤ ਸੰਤ ਕਹਿੰਦਾ ਹੈ। ਇਹ ਮਾਇਆ ਦਾਸੀ ਭਗਤਾਂ ਕੀ ਕਾਰ ਕਰਦੀ ਹੈ, ਸੰਤਾਂ ਦੇ ਚਰਨੀ ਲੱਗੀ ਫਿਰਦੀ ਹੈ, ਉਹਨਾਂ ਦੇ ਮੁਤਾਬਿਕ ਚੱਲਦੀ ਹੈ, ਕਿਉਂਕਿ ਸੰਤ ਲੋਕ ਰੱਬ ਦੇ ਪਿਆਰੇ ਜਿਹੜੇ ਨੇ ਇਸ ਦੀ ਪਰਵਾਹ ਨਹੀਂ ਕਰਦੇ। ਕਿਉਂ? ਕਿਉਂਕਿ ਉਹਨਾਂ ਨੇ ਆਪਣਾ ਮੁੱਖ ਜਿਹੜਾ ਨਾ ਉਹ ਅਕਾਲ ਪੁਰਖ ਵਾਹਿਗੁਰੂ ਵੱਲ ਕਰ ਲਿਆ ਹੈ। ਦਾਸ ਬੇਨਤੀ ਕਰੇ, ਜਿਹੜਾ ਮਨੁੱਖ ਸੂਰਜ ਵੱਲ ਪਿੱਠ ਕਰ ਲੈਂਦਾ ਹੈ ਔਰ ਪਰਛਾਵੇਂ ਵੱਲ ਮੁੱਖ ਕਰਦਾ ਹੈ, ਉਹ ਦੌੜਦਾ ਜਾਂਦਾ, ਪਰਛਾਵਾਂ ਕਦੀ ਹੱਥ ਨਹੀਂ ਲੱਗਦਾ। ਪਰ ਜਿਸ ਮਨੁੱਖ ਨੇ ਸੂਰਜ ਵੱਲ ਮੁੱਖ ਕਰ ਲਿਆ ਅਤੇ ਪਰਛਾਵੇਂ ਨੂੰ ਪਿੱਛੇ ਛੱਡ ਦਿੱਤਾ, ਉਹ ਅੱਗੇ ਵਧੀ ਜਾਂਦਾ ਅਤੇ ਪਰਛਾਵਾਂ ਪਿੱਛੇ ਆਈ ਜਾਂਦਾ। ਹੁਣ ਤਰੀਕੇ ਦੋ ਹੀ ਨੇ, ਜਾਂ ਤਾਂ ਮਾਇਆ ਵੱਲ ਮੁੱਖ ਕਰ ਲਈਏ ਅਤੇ ਮਾਇਆ ਅੱਗੇ ਤੁਸੀਂ ਪਿੱਛੇ। ਇੱਕ ਬੰਦਾ ਨਾ ਗਊ ਲੈ ਕੇ ਆ ਰਿਹਾ ਸੀ ਅਤੇ ਇੱਕ ਬੰਦਾ ਸੀ ਅਤੇ ਉਹ ਕਹਿਣ ਲੱਗਾ ਵੀ ਮਾਲਕ ਤੂੰ ਹੈ ਜਾਂ ਇਹ ਗਊ ਹੈ? ਗਊ ਅੱਗੇ ਚੱਲ ਰਹੀ ਸੀ, ਬੰਦਾ ਪਿੱਛੇ ਚੱਲ ਰਿਹਾ ਸੀ। ਕਹਿੰਦੇ ਜੀ ਮੈਂ ਮਾਲਕ ਹਾਂ। ਅਤੇ ਉਹ ਕਹਿਣ ਲੱਗਾ ਵੀ ਮਾਲਕ ਤਾਂ ਉਹ ਹੁੰਦਾ ਜਿਹੜਾ ਅੱਗੇ ਚੱਲਦਾ, ਜਿਹੜਾ ਪਿੱਛੇ ਚੱਲਦਾ ਉਹ ਤਾਂ ਮਾਲਕ ਨਹੀਂ ਹੋ ਸਕਦਾ ਨਾ। ਮਾਲਕ ਅੱਗੇ, ਨੌਕਰ ਪਿੱਛੇ ਚੱਲਦਾ। ਉਸ ਬੰਦੇ ਨੇ ਉਹ ਕਹਿੰਦਾ ਨਹੀਂ ਮਾਲਕ ਮੈਂ ਹਾਂ, ਗਊ ਮੇਰੀ ਸੇਵਕ ਹੈ, ਗਊ ਮੈਂ ਖਰੀਦੀ। ਉਹਨੇ ਡੰਡਾ ਮਾਰਿਆ ਜ਼ੋਰ ਦੀ, ਗਊ ਭੱਜ ਪਈ, ਪੈਸੇ ਦੇ ਕੇ ਆਇਆ ਸੀ, ਪਿੱਛੇ ਦੌੜ ਰਿਹਾ। ਤੂੰ ਤਾਂ ਹੁਣੇ ਕਹਿੰਦਾ ਸੀ ਵੀ ਮੈਂ ਮਾਲਕ ਹਾਂ, ਇਹ ਸੇਵਕ। ਕੌਣ ਮਾਲਕ ਅਤੇ ਕੌਣ ਸੇਵਕ? ਇਸ ਤਰ੍ਹਾਂ ਅਸੀਂ ਮਾਇਆ ਦੇ ਸੇਵਕ ਬਣ ਕੇ ਮਾਇਆ ਪਿੱਛੇ ਦੌੜਦੇ ਹਾਂ, ਮਾਇਆ ਅੱਗੇ, ਅਸੀਂ ਪਿੱਛੇ। ਇਸ ਕਰਕੇ ਕਬੀਰ ਸਾਹਿਬ ਆਖਣ ਲੱਗੇ, ਕਹਿੰਦੇ ਨੇ ਹਮਰੋ ਭਰਤਾ ਬੜੋ ਵਿਵੇਕੀ, ਆਪੇ ਸੰਤ ਕਹਾਵੈ। ਉਹ ਆਪੇ ਹੀ ਸੰਤ ਜਿਹੜਾ ਅਖਵਾਉਂਦਾ ਉਹ ਖਸਮ ਬਣ ਸਕਦਾ ਹੈ। ਉਹ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨ ਆਵੈ। ਆਖਣ ਲੱਗੇ ਕਬੀਰ ਸਾਹਿਬ ਜੀ, ਕਹਿੰਦੇ ਉਹੀ ਮੇਰੇ ਉੱਤੇ ਕਾਬੂ ਪਾਉਣ ਦੇ ਸਮਰਥ ਹੁੰਦਾ ਹੈ, ਮੱਥੇ 'ਤੇ ਕਾਇਮ ਹੈ, ਮੇਰੇ ਸਿਰ 'ਤੇ ਕੁੰਡਾ ਹੈ, ਮਾਇਆ ਕਹਿੰਦੀ ਹੈ, ਅਤੇ ਹੋਰ ਕੋਈ ਮੇਰੇ ਨੇੜੇ ਨਹੀਂ ਢੁਕਦਾ, ਪਾਓ ਕਿਸੇ ਹੋਰ ਦੇ ਮੇਰੇ ਅੱਗੇ ਪੇਸ ਨਹੀਂ ਜਾਂਦੀ। ਫਿਰ ਲਾਸਟ ਪੰਕਤੀਆਂ 'ਚ ਕਬੀਰ ਸਾਹਿਬ ਕਹਿੰਦੇ ਨੇ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਹੇ ਕਬੀਰ, ਆਖ ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ, ਚੰਗੀ ਤਰ੍ਹਾਂ ਕੁੱਟ ਕੇ ਪਰੇ ਸੁੱਟ ਦਿੱਤਾ। ਭਾਵ ਕਿ ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ, ਕਿਉਂਕਿ ਉਹਨਾਂ ਦੇ ਆਤਮਿਕ ਜੀਵਨ ਉੱਤੇ ਬਾਰ ਸੱਟ ਮਾਰਦੀ ਹੈ। ਪਰ ਸਾਰੇ ਜਗਤ ਦੇ ਜੀਵ ਇਸ ਮਾਇਆ ਨਾਲ ਪਿਆਰ ਕਰਦੇ ਨੇ। ਕਬੀਰ ਸਾਹਿਬ ਦਾ ਕਹਿਣ ਦਾ ਮਕਸਦ ਹੈ ਕਿ ਜਗਤ ਆਮ ਤੌਰ ਤੋਂ ਨੱਕ ਅਤੇ ਕੰਨ ਦੇ ਆਸਰੇ ਜਿਉਂਦਾ ਹੈ। ਇਹਦਾ ਭਾਵ ਇਹ ਹੈ ਕਿ ਹਰੇਕ ਕੰਮ ਜੋ ਵੀ ਆਮ ਤੌਰ ਤੋਂ ਅਸੀਂ ਕਰਦੇ ਹਾਂ ਨਾ, ਜਾਂ ਜੀਵ ਕਰ ਰਹੇ ਨੇ, ਐਸੇ ਖਿਆਲ ਨਾਲ ਕਰਦੇ ਨੇ ਕਿ ਸਾਡਾ ਨੱਕ ਰਹਿ ਜਾਏ, ਸਾਡੀ ਇੱਜ਼ਤ ਰਹਿ ਜਾਏ। ਜੋ ਵੀ ਅਸੀਂ ਕੰਮ ਕਰਦੇ ਸੰਸਾਰ 'ਚ, ਜਿਤਨੇ ਵੀ ਕੰਮ ਕਰਦੇ, ਤੇ ਸਾਡੀ ਨੱਕ ਨਾ ਵੱਢੀ ਜਾਏ, ਸਾਡੀ ਨੱਕ ਰਹਿ ਜਾਏ। ਜਾਂ ਫਿਰ ਕੰਨ ਲਾ ਕੇ ਸੁਣਦੇ ਹਾਂ ਕਿ ਸਾਡੀ ਫਲਾਨੀ ਕਰਤੂਤ ਦੀ ਕੀ ਚਰਚਾ ਚੱਲ ਰਹੀ ਹੈ, ਜਿਹੜੀ ਅਸੀਂ ਕਰਤੂਤ ਕੀਤੀ ਹੈ, ਜਿਹੜੇ ਕੰਮ ਕੀਤੇ, ਲੋਕ ਕੀ ਗੱਲਾਂ ਕਰ ਰਹੇ ਨੇ। ਪਰ ਕੋਈ ਵਿਵੇਕੀ ਪੁਰਸ਼ ਨਾ ਲੋਕ ਲਾਜ ਦੇ ਖਾਤਰ ਕੋਈ ਕੰਮ ਕਰਦਾ ਹੈ, ਨਾ ਹੀ ਇਸ ਗੱਲ ਦੀ ਪਰਵਾਹ ਕਰਦਾ ਕਿ ਲੋਕ ਸਾਡੇ ਬਾਰੇ ਕੀ ਗੱਲਾਂ ਕਰਦੇ ਨੇ। ਉਹਨਾਂ ਨੇ ਮਾਇਆ ਦਾ ਨੱਕ ਅਤੇ ਕੰਨ ਦੋਵੇਂ ਕੱਟ ਕੇ ਸੁੱਟ ਦਿੱਤੇ ਨੇ। ਉਹ ਤਾਂ ਕਹਿੰਦੇ ਨੇ ਲੋਕਨ ਕੀ ਚਤਰਾਈ ਉਪਮਾ ਤੇ ਵੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਗੁਰੂ ਕਿਰਪਾ ਕਰੇ ਕਿ ਇਹ ਮਾਇਆ ਜੋ ਪ੍ਰਭਾਵ ਪਾ ਰਹੀ ਹੈ, ਇਸ ਦਾ ਪ੍ਰਭਾਵ ਉਨਾ ਚਿਰ ਪੈਂਦਾ ਰਹਿਣਾ ਜਦੋਂ ਅਸੀਂ ਗੁਰੂ ਨਾਲ ਨਹੀਂ ਜੁੜਦੇ, ਗੁਰੂ ਵੱਲ ਮੁੱਖ ਨਹੀਂ ਕਰਦੇ। ਜਿਸ ਨਾਲ ਗੁਰੂ ਵੱਲ ਮੁੱਖ ਹੋ ਗਿਆ, ਗੁਰਮੁਖ ਬਣ ਗਏ, ਉਸ ਦਿਨ ਇਹ ਮਾਇਆ ਸਾਡੀ ਦਾਸੀ ਬਣ ਕੇ ਸਾਡੀ ਸੇਵਾ ਕਰੇਗੀ ਅਤੇ ਸਾਨੂੰ ਸੁੱਖ ਦੇਵੇਗੀ। ਗੁਰੂ ਕਿਰਪਾ ਕਰੇ ਇਸ ਗੱਲ ਨੂੰ ਸਮਝ ਲਈਏ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।